ਉਧਰ ਸੇ ਡਾਕਟਰ ਜਿਹੜਾ ਇੱਧਰ ਕੰਮ ਕਰਦੇ ਉਹ ਕਿਸੇ ਆਪਣੇ ਰਿਲੇਟਿਵ ਜਾਂ ਨਾਲ ਦੇ ਗਾਂਢੀ ਗੁਆਂਢੀ ਨੂੰ ਲੈ ਕੇ ਆਏ ਸੀ ਤੇ ਅਸੀਂ ਕਿਹਾ ਸੀ ਅਸੀਂ ਲਾਈਨ 'ਚ ਖੜੇ ਹੋਏ ਹਾਂ ਪਰ ਹੀ ਵਾਸ ਸੇਇੰਗ ਆਈ ਐਮ ਸੀਨੀਅਰ ਡਾਕਟਰ। ਮੈਂ ਕਿਹਾ ਸੀਨੀਅਰ ਡਾਕਟਰ ਹੋਏਗਾ ਯੂ ਵਿਲ ਬੀ ਐਟ ਹੋਮ ਜਾਂ ਇੱਥੇ ਇਸ ਤਰ੍ਹਾਂ ਕਿਸੇ ਨੂੰ ਥੋੜ੍ਹਾ ਤੂੰ ਬਿਨਾਂ ਲਾਈਨ ਤੋਂ ਲਾਏਗਾ ਕਿ ਪੁਲਿਸ ਵਾਲੇ ਕਿ ਇਹਨੂੰ ਬਾਹਰ ਬਾਹਰ ਕਿਉਂ ਕੱਢੋਗੇ ਜੀ, ਬਾਕੀ ਅਸੀਂ ਲਾਈਨ 'ਚ ਲੱਗੇ ਬੇਵਕੂਫ ਬੰਦੇ ਥੋੜ੍ਹਾ ਨਾ ਹੈਗੇ ਹਾਂ। 1.5 ਘੰਟਾ ਹੋ ਗਿਆ ਸੀ ਜਦ ਕਿ ਅਸੀਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ। ਕੋਈ ਸਿਸਟਮ ਨਹੀਂ ਹੈਗਾ, ਕੁਝ ਨਹੀਂ ਹੈਗਾ, ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੰਮ ਹੋ ਰਿਹਾ। Obviously no system is here. कोई भी ऐसे सिस्टम के अकॉर्डिंगली कुछ है नहीं, कोई सीनियर सिटीजन्स को फैसिलिटी प्रोवाइड नहीं है। कोई भी आ रहा है अपने रिलेटिव के आधार कार्ड अंदर लेके जा रहा है, दिस इज़ नॉट द वे ना। बाहर ऑफिसर्स खड़े हैं गेट पे, उनको पता ही नहीं है कि कैसे बात करनी है, दे स्पीक सो रूडली विद एवरीवन। ही वाज सेइंग कि गो आपका इंजेक्शन नहीं लगेगा, क्यों नहीं लगेगा भाई? हम तभी पहले भी प्राइवेट में गए थे, प्राइवेट में डोजेज नहीं है, वो हमें आगे से कह रहे हैं आप भी अपनी जान पहचान ले आओ। 1.5 घंटा हो गया ਇੱਥੇ ਬੈਠੇ ਨੂੰ ਤੇ ਅਜੇ ਤੱਕ ਸਾਡਾ ਨੰਬਰ 1 ਘੰਟੇ ਤੋਂ ਬਾਅਦ ਆਉਣਾ ਵਾ। ਇੱਥੇ ਸੀਨੀਅਰ ਸਿਟੀਜ਼ਨ ਦੀ ਲਾਈਨ ਵੱਖਰੀ ਚਾਹੀਦੀ ਆ, ਦੂਜਿਆਂ ਦੀ ਲਾਈਨ ਵੱਖਰੀ ਚਾਹੀਦੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਕਲਪਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਕਰੋਨਾ ਦਾ ਕਹਿਰ ਲਗਾਤਾਰ ਵਾਧਾ ਨਜ਼ਰ ਆ ਰਿਹਾ ਹੈ ਤੇ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਕਰੋਨਾ ਦੇ ਕੇਸਿਸ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਉਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਲਗਾਤਾਰ ਗੱਲ ਕਹੀ ਜਾ ਰਹੀ ਹੈ, ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈ ਲੋਕੀ ਅੱਗੇ ਆਉਣ ਤੇ ਵੈਕਸੀਨ ਲਗਵਾਉਣ। ਪਰ ਲੁਧਿਆਣੇ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿਸ ਤਰੀਕੇ ਨਾਲ ਵੈਕਸੀਨ ਦੀ ਸ਼ਾਰਟੇਜ ਦੇ ਚੱਲਦੇ ਲੋਕੀ ਲਗਾਤਾਰ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ, ਖੱਜਲ ਖੁਆਰ ਹੁੰਦੇ ਨਜ਼ਰ ਆ ਰਹੇ ਨੇ। ਜੇ ਗੱਲ ਕਰੀਏ ਜੋ ਵੈਕਸੀਨ ਦੀ ਸ਼ਾਰਟੇਜ ਲੁਧਿਆਣੇ ਦੇ ਵਿੱਚ ਚੱਲ ਰਹੀ ਹੈ ਉਸ ਦੇ ਚੱਲਦੇ ਜਿਹੜੇ ਕੋਵਿਡ ਵੈਕਸੀਨੇਸ਼ਨ ਜੋ ਸੈਂਟਰ ਨੇ ਉਹ ਸਾਰੇ ਹੀ ਸੈਂਟਰਸ ਦੇ ਵਿੱਚ ਜਿਹੜੀ ਹੈ ਵੈਕਸੀਨ ਦੀ ਸ਼ਾਰਟੇਜ ਹੋਣ ਕਰਕੇ ਉੱਥੇ ਵੈਕਸੀਨ ਜਿਹੜੀ ਹੈ ਨਹੀਂ ਲਗਵਾਈ ਜਾ ਰਹੀ ਹੈ। ਸਿਰਫ ਸਿਵਲ ਹਸਪੀਟਲ, ਸਿਵਲ ਸਰਜਨ ਦਫ਼ਤਰ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਹੀ ਕੋਵਿਡ ਦੀ ਜਿਹੜੀ ਵੈਕਸੀਨ ਹੈ ਉਹ ਲਗਵਾਈ ਜਾ ਰਹੀ ਸੀ, ਜਿਸ ਦੇ ਚੱਲਦੇ ਜਿਹੜੇ ਲਗਾਤਾਰ ਜਿਹੜੇ ਲੋਕਾਂ ਵੱਖ-ਵੱਖ ਜਿਹੜੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਵੈਕਸੀਨ ਲਗਵਾਉਣ ਪਹੁੰਚ ਰਹੇ ਸੀ, ਉਸ ਤੋਂ ਇਲਾਵਾ ਬਾਕੀ ਦੂਜੇ ਗਵਰਨਮੈਂਟ ਹਸਪੀਟਲਸ ਦੇ ਵਿੱਚ ਪਹੁੰਚ ਰਹੇ ਸੀ, ਉਹਨਾਂ ਨੂੰ ਜਿਹੜਾ ਹੈ ਉਸੇ ਤਰੀਕੇ ਨਾਲ ਪਰਤਣਾ ਪੈ ਰਿਹਾ ਸੀ ਕਿਉਂਕਿ ਉੱਥੇ ਜਿਹੜੀ ਹੈ ਕੋਵਿਡ ਦੀ ਵੈਕਸੀਨ ਨਾ ਅਵੇਲੇਬਲ ਹੋਣ ਕਰਕੇ ਉਹਨਾਂ ਨੂੰ ਵਾਪਸ ਬਾਰ-ਬਾਰ ਜਿਹੜੀ ਹੈ ਬਾਕੀ ਜਗ੍ਹਾ ਤੇ ਜਾ ਕੇ ਪਤਾ ਕਰਨਾ ਪੈ ਰਿਹਾ ਸੀ। ਤੇ ਜਦ ਅਸੀਂ ਗੱਲ ਕਰਦੇ ਹਾਂ ਇਸ ਟਾਈਮ ਮੌਜੂਦਾ ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਜਿੱਥੇ ਕੋਵਿਡ ਦੀ ਜਿਹੜੀ ਹੈ ਵੈਕਸੀਨ ਲਗਵਾਈ ਜਾ ਰਹੀ ਹੈ, ਪਰ ਜੋ ਤਸਵੀਰਾਂ ਇੱਥੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਾਫੀ ਜਿਹੜੀਆਂ ਨੇ ਚਿੰਤਾ ਤੇ ਪਰੇਸ਼ਾਨੀ ਦਾ ਵਿਸ਼ਾ ਬਣ ਜਾਂਦੀਆਂ ਨੇ। ਕਿਸ ਤਰੀਕੇ ਨਾਲ ਜਿਹੜੀ ਲੋਕਾਂ ਦੀ ਕਾਫੀ ਭੀੜ ਇੱਥੇ ਦੇਖਣ ਨੂੰ ਮਿਲ ਰਹੀ ਕਿਉਂਕਿ ਵੱਖ-ਵੱਖ ਜਿਹੜੇ ਸੈਂਟਰਸ ਦੇ ਵਿੱਚ ਵੈਕਸੀਨ ਜਿਹੜੀ ਹੈ ਅਵੇਲੇਬਲ ਨਾ ਹੋਣ ਕਰਕੇ ਹਰ ਕਿਸੇ ਨੂੰ ਮਜਬੂਰ ਹੋ ਕੇ ਇੱਥੇ ਜਿਹੜਾ ਸਿਵਲ ਸਰਜਨ ਦਫ਼ਤਰ ਪਹੁੰਚਣਾ ਪੈ ਰਿਹਾ। ਬਿਲਕੁਲ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਗਿਣਤੀ ਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਨੇ ਆਪਣੀ ਫਰਸਟ ਡੋਜ਼ ਜਿਹੜੀ ਹੈ ਪ੍ਰਾਈਵੇਟ ਹਸਪੀਟਲਸ ਤੋਂ ਲਗਵਾਈ ਹੋਈ ਹੈ, ਪਰ ਕਿਉਂਕਿ ਉੱਥੇ ਉਹ ਦੂਜੀ ਡੋਜ਼ ਜਿਹੜੀ ਅਵੇਲੇਬਲ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਇੱਥੇ ਸਿਵਲ ਸਰਜਨ ਦਫ਼ਤਰ ਇਸ ਤਰੀਕੇ ਨਾਲ ਇਸ ਮਾਹੌਲ ਦੇ ਵਿੱਚ ਪਹੁੰਚਣਾ ਪੈ ਰਿਹਾ ਹੈ। ਇੱਥੇ ਸਵਾਲ ਵੱਡਾ ਇਹੀ ਖੜਾ ਹੁੰਦਾ ਹੈ ਕਿ ਲੋਕ ਮਜਬੂਰ ਹੋ ਚੁੱਕੇ ਨੇ ਕਿਉਂਕਿ ਜਿਹੜੀ ਕੋਵਿਡ ਵੈਕਸੀਨ ਦੀ ਜੋ ਸ਼ਾਰਟੇਜ ਚੱਲ ਰਹੀ ਹੈ ਉਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਮਜਬੂਰੀ ਦੇ ਵਿੱਚ ਜਿਹੜੀ ਹੈ ਦੂਜੀ ਡੋਜ਼ ਲਗਵਾਉਣ ਇੱਥੇ ਸਿਵਲ ਸਰਜਨ ਦਫ਼ਤਰ ਪਹੁੰਚਣਾ ਪੈ ਰਿਹਾ, ਪਰ ਉਸ ਦੇ ਨਾਲ ਹੀ ਖੱਜਲ ਖੁਆਰ ਹੋਣਾ ਵੀ ਪੈ ਰਿਹਾ। ਜਿਹੜੀ ਇਹ ਭੀੜ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਹਰ ਇੱਕ ਵਿਅਕਤੀ ਆਪਣੀ ਦੂਜੀ ਡੋਜ਼ ਲਗਵਾਉਣ ਲਈ, ਵੈਕਸੀਨ ਲਗਵਾਉਣ ਲਈ ਜਿਹੜਾ ਇਸ ਤਰੀਕੇ ਨਾਲ ਇਸ ਭੀੜ ਦੇ ਵਿੱਚ ਜਿਹੜਾ ਖੜਾ ਹੁੰਦਾ ਹੈ, ਮਜਬੂਰ ਹੋ ਕੇ ਇੰਤਜ਼ਾਰ ਕਰਨਾ ਪੈਂਦਾ ਹੈ ਘੰਟੋ ਘੰਟੀ। ਬਿਲਕੁਲ ਜਿਹੜੇ ਇੱਥੇ ਕਾਫੀ ਲੋਕ ਇੱਥੇ ਖੜੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਥੇ ਇੰਤਜ਼ਾਰ ਵੀ ਕਰ ਰਹੇ ਨੇ। ਬਿਲਕੁਲ ਸਰ, ਤੁਸੀਂ ਵੀ ਇੱਥੇ ਸੈਕਿੰਡ ਡੋਜ਼ ਲਗਵਾਉਣ ਆਏ ਸੀ ਤੇ ਤੁਹਾਡੀ ਬਹਿਸ ਕਿਉਂ ਹੋਈ ਸੀ ਸਰ? ਉਧਰ ਸੇ ਡਾਕਟਰ ਜਿਹੜਾ ਇੱਧਰ ਕੰਮ ਕਰਦੇ ਉਹ ਕਿਸੇ ਆਪਣੇ ਰਿਲੇਟਿਵ ਜਾਂ ਨਾਲ ਦੇ ਗਾਂਢੀ ਗੁਆਂਢੀ ਨੂੰ ਲੈ ਕੇ ਆਏ ਸੀ ਤੇ ਅਸੀਂ ਕਿਹਾ ਸੀ ਅਸੀਂ ਲਾਈਨ 'ਚ ਖੜੇ ਹੋਏ ਹਾਂ ਪਰ ਹੀ ਵਾਸ ਸੇਇੰਗ ਆਈ ਐਮ ਸੀਨੀਅਰ ਡਾਕਟਰ। ਮੈਂ ਕਿਹਾ ਸੀਨੀਅਰ ਡਾਕਟਰ ਹੋਏਗਾ ਯੂ ਵਿਲ ਬੀ ਐਟ ਹੋਮ ਜਾਂ ਇੱਥੇ ਇਸ ਤਰ੍ਹਾਂ ਕਿਸੇ ਨੂੰ ਥੋੜ੍ਹਾ ਤੂੰ ਬਿਨਾਂ ਲਾਈਨ ਤੋਂ ਲਾਏਗਾ। ਤਾਂ ਉਸ ਤੋਂ ਬਾਅਦ ਜਦੋਂ ਮੈਂ ਆਬਜੈਕਸ਼ਨ ਕੀਤਾ ਤੇ ਬਾਕੀ ਸਟਾਫ ਵੀ ਆ ਗਿਆ ਇਹਨਾਂ ਦਾ ਕਿ ਪੁਲਿਸ ਵਾਲੇ ਕਿ ਇਹਨੂੰ ਬਾਹਰ ਕਿਉਂ ਕੱਢੋਗੇ ਜੀ, ਬਾਕੀ ਅਸੀਂ ਲਾਈਨ 'ਚ ਲੱਗੇ ਬੇਵਕੂਫ ਬੰਦੇ ਥੋੜ੍ਹਾ ਨਾ ਹੈਗੇ ਹਾਂ। ਸਰ ਕਿੰਨੇ ਟਾਈਮ ਹੋ ਗਿਆ ਸੀ ਤੁਹਾਨੂੰ ਲਾਈਨ 'ਚ ਲੱਗੇ ਨੂੰ? 1.5 ਘੰਟਾ ਹੋ ਗਿਆ ਸੀ ਜਦ ਕਿ ਅਸੀਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ। ਕੋਈ ਸਿਸਟਮ ਨਹੀਂ ਹੈਗਾ, ਕੁਝ ਨਹੀਂ ਹੈਗਾ, ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੰਮ ਹੋ ਰਿਹਾ। ਮੈਮ ਤੁਸੀਂ ਵੀ ਇੱਥੇ ਵੈਕਸੀਨ ਲਗਵਾਉਣ ਪਹੁੰਚੇ ਸੀ, ਸੈਕਿੰਡ ਡੋਜ਼ ਲਗਵਾਉਣ ਪਹੁੰਚੇ ਸੀ, ਕਿੰਨੀ ਕੁ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਇੱਥੇ ਸਾਹਮਣਾ ਕਰਨਾ ਪੈ ਰਿਹਾ? Obviously no system is here. कोई भी ऐसे सिस्टम के अकॉर्डिंगली कुछ है नहीं, कोई सीनियर सिटीजन्स को फैसिलिटी प्रोवाइड नहीं है। कोई भी आ रहा है अपने रिलेटिव के आधार कार्ड अंदर लेके जा रहा है, दिस इज़ नॉट द वे ना। और
बाकी लोग इसी तरीके नाल इंतजार उनके बाहर ऑफिसर्स खड़े हैं गेट पे, उनको पता ही नहीं है कि कैसे बात करनी है। दे स्पीक सो रूडली विद एवरीवन। ही वाज सेइंग कि गो, आपका इंजेक्शन नहीं लगेगा। क्यों नहीं लगेगा भाई? इसी करके शायद हर कोई सोचता है कि इस तो बढ़िया सी प्राइवेट हॉस्पिटल से भी यस, हम तभी पहले भी प्राइवेट में गए थे। प्राइवेट में डोजेज नहीं है, वो हमें आगे से कह रहे हैं आप भी अपनी जान पहचान ले आओ। आपको कोई मना थोड़ी कर रहे हैं। ਮੈਮ ਫਸਟ ਡੋਜ਼ ਤੁਸੀਂ ਪ੍ਰਾਈਵੇਟ ਹਸਪੀਟਲ ਤੋਂ ਲਗਵਾਈ ਸੀ ਤੇ ਉਹ ਡੋਜ਼ ਜਿਹੜੀ ਹੈ ਹੁਣ ਉੱਥੇ ਅਵੇਲੇਬਲ ਨਹੀਂ ਹੈ ਇਸ ਕਰਕੇ। अभी अवेलेबल नहीं है। ਬਿਲਕੁਲ ਅਸੀਂ ਤੁਹਾਨੂੰ ਜੋ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਸੰਖਿਆ ਦੇ ਵਿੱਚ ਲੰਬੀ ਲਾਈਨਾਂ ਇੱਥੇ ਲੱਗੀਆਂ ਨਜ਼ਰ ਆ ਰਹੀਆਂ ਨੇ। ਲੰਬੀ ਲਾਈਨਾਂ ਦੇ ਵਿੱਚ ਇਸ ਦੇ ਨਾਲ ਹੀ ਇੱਥੇ ਹਰ ਏਜ ਗਰੁੱਪ ਜਿਹੜਾ ਇੱਥੇ ਨਜ਼ਰ ਆ ਜਾਏਗਾ ਜਿਹੜੇ ਵੈਕਸੀਨ ਲਈ ਐਲੀਜੀਬਲ ਨੇ ਤੇ ਉਸ ਤੋਂ ਇਲਾਵਾ ਜਿਹੜੇ ਸੀਨੀਅਰ ਸਿਟੀਜ਼ਨ ਵੱਖ ਜਗ੍ਹਾ ਤੇ ਜਿਹੜੇ ਬੈਠੇ ਨਜ਼ਰ ਆ ਰਹੇ ਨੇ ਕਿਸ ਤਰੀਕੇ ਨਾਲ ਉਹ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਨੇ। ਟੋਕਨ ਨੰਬਰ ਉਹਨਾਂ ਨੂੰ ਦਿੱਤੇ ਹੋਏ ਨੇ ਪਰ ਫਿਰ ਵੀ ਉਹ ਜਿਹੜੇ ਘੰਟੋ ਤੋਂ ਜ਼ਿਆਦਾ ਜਿਹੜਾ ਆਪਾਂ ਗੱਲ ਕਰਦੇ 1 ਘੰਟੇ 2 ਘੰਟੇ ਉਸ ਤੋਂ ਵੀ ਵੱਧ ਜਿਹੜਾ ਉਹ ਇੱਥੇ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ। ਗੱਲ ਇੱਥੇ ਇਹੀ ਹੈ ਕਿ ਕਿਸ ਤਰੀਕੇ ਨਾਲ ਜੋ ਕੋਵਿਡ ਵੈਕਸੀਨ ਦੀ ਸ਼ਾਰਟੇਜ ਹੋ ਰਹੀ ਹੈ ਲੁਧਿਆਣੇ ਦੇ ਵਿੱਚ ਜੋ ਹੋਈ ਉਸ ਦੇ ਚੱਲਦੇ ਹਰ ਇੱਕ ਵਿਅਕਤੀ ਨੂੰ ਜਿਹੜਾ ਖੱਜਲ ਖਵਾਲ ਹੋਣਾ ਪੈ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਜਿਹੜੀ ਪਰੇਸ਼ਾਨੀਆਂ ਜਿਹੜੀ ਖੜੀ ਹੋ ਰਹੀਆਂ ਨੇ ਉਹ ਸੀਨੀਅਰ ਸਿਟੀਜ਼ਨ ਵਾਸਤੇ ਖੜੀਆਂ ਹੋ ਰਹੀਆਂ ਨੇ ਜਿਹੜੇ ਇੰਨੀ ਦੇਰ ਉਹ ਲਾਈਨਾਂ ਦੇ ਵਿੱਚ ਇੰਤਜ਼ਾਰ ਵੀ ਨਹੀਂ ਕਰ ਸਕਦੇ ਤੇ ਇਸ ਦੇ ਨਾਲ ਹੀ ਉਹ ਜਿਹੜੇ ਲੋਕੀ ਆਪਣੇ ਘਰ ਕੰਮਕਾਰ ਛੱਡ ਕੇ ਜਾਂ ਬਾਕੀ ਚੀਜ਼ਾਂ ਛੱਡ ਕੇ ਇਸ ਤਰੀਕੇ ਨਾਲ ਇੱਥੇ ਵੈਕਸੀਨ ਲਗਵਾਉਣ ਲਈ ਪਹੁੰਚੇ ਨੇ। ਪਰ ਕਿਉਂਕਿ ਇੱਥੇ ਵੈਕਸੀਨ ਲਗਵਾਉਣ ਵਾਲਿਆਂ ਦੀ ਇੰਨੀ ਲੰਬੀ ਲਾਈਨ ਹੈ, ਇੰਨੀ ਭੀੜ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਤੇ ਇਸ ਦੇ ਨਾਲ ਹੀ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ। ਬਾਰ-ਬਾਰ ਗੱਲ ਹੋ ਰਹੀ ਹੈ ਕਿ ਕੋਵਿਡ ਜਿਹੜਾ ਹੈ ਕਾਫੀ ਤੇਜ਼ੀ ਨਾਲ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਕਾਫੀ ਜਿਹੜੀ ਗਿਣਤੀ ਦੇ ਵਿੱਚ ਕਰੋਨਾ ਦੇ ਕੇਸਿਸ ਸਾਹਮਣੇ ਆ ਰਹੇ ਨੇ ਪਰ ਇਹ ਜੋ ਲੰਬੀ ਲਾਈਨਾਂ ਭੀੜ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਸਵਾਲ ਇਹ ਵੀ ਵੱਡਾ ਖੜਾ ਹੈ ਕਿ ਜੇ ਇਹਨਾਂ ਚੋਂ ਕਿਸੇ ਨੂੰ ਵੀ ਕੋਈ ਇੱਕ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਉਹ ਹਰ ਕਿਸੇ ਲਈ ਜਿਹੜਾ ਮੁਸੀਬਤ ਬਣ ਕੇ ਖੜਾ ਹੋ ਸਕਦਾ ਹੈ। ਇੱਥੇ ਹਰ ਕੋਈ ਜਿਹੜਾ ਐਕਸਪੋਜ਼ਰ ਦੇ ਵਿੱਚ ਆ ਰਿਹਾ ਹੈ। ਸੀਨੀਅਰ ਸਿਟੀਜ਼ਨ ਇੱਥੇ ਪਹੁੰਚ ਰਹੇ ਨੇ। ਆਪਾਂ ਗੱਲ ਕਰਦੇ ਹੁੰਦੇ ਕਿ ਸੀਨੀਅਰ ਸਿਟੀਜ਼ਨ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ, ਉਹਨਾਂ ਦੀ ਇਮਿਊਨਿਟੀ ਜਿਹੜੀ ਹੈ ਵੀਕ ਹੁੰਦੀ ਹੈ ਪਰ ਇੱਥੇ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਵੱਡਾ ਸਵਾਲ ਇਹੀ ਖੜਾ ਹੁੰਦਾ ਕਿ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਉਹ ਹਰ ਕਿਸੇ ਲਈ ਮੁਸੀਬਤ ਬਣ ਸਕਦਾ ਹੈ ਕਿਉਂਕਿ ਇੱਥੇ ਲੋਕਾਂ ਨੂੰ ਕਾਫੀ ਟਾਈਮ ਤੱਕ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੈ। ਜੇ ਇਹੀ ਜਗ੍ਹਾ ਤੇ ਬੜੇ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਲੋਕਾਂ ਨੂੰ ਵੈਕਸੀਨ ਲਗਾਈ ਜਾਂਦੀ ਕੁਝ ਇੱਥੇ ਸਿਸਟਮ ਹੁੰਦਾ ਸਾਰੀ ਚੀਜ਼ਾਂ ਨੂੰ ਮੈਨੇਜ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ ਨੂੰ ਮੈਨੇਜ ਕਰਦੇ ਹੋਏ ਭੀੜ ਘੱਟ ਹੁੰਦੀ ਇੱਥੇ ਤਾਂ ਫਿਰ ਆਪਾਂ ਕਹਿ ਸਕਦੇ ਸੀ ਕਿ ਲੋਕਾਂ ਨੂੰ ਜਿਹੜੀ ਕਿਤੇ ਨਾ ਕਿਤੇ ਰਾਹਤ ਮਿਲਦੀ ਪਰ ਇਹ ਤਸਵੀਰਾਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਨੇ ਕਿਉਂਕਿ ਇੱਕ ਪਾਸੇ ਦਾ ਵੈਕਸੀਨ ਦੀ ਸ਼ਾਰਟੇਜ ਜਿਸ ਦੇ ਚੱਲਦੇ ਲੋਕੀ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ, ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਜਿਸ ਹਿਸਾਬ ਨਾਲ ਭੀੜ ਨਜ਼ਰ ਆ ਰਹੀ ਹੈ ਸੋਸ਼ਲ ਡਿਸਟੈਂਸਿੰਗ ਇੱਥੇ ਜਿਹੜੇ ਲੋਕ ਨੇ ਉਹ ਮੇਨਟੇਨ ਨਹੀਂ ਕਰ ਪਾ ਰਹੇ ਨੇ, ਮਜਬੂਰ ਨੇ। ਉਹ ਮਜਬੂਰੀ ਦੇ ਚੱਲਦੇ ਇੱਥੇ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਨਹੀਂ ਹੋ ਪਾ ਰਹੀ ਕਿਉਂਕਿ ਸਿਸਟਮੈਟਿਕ ਤਰੀਕੇ ਨਾਲ ਇੱਥੇ ਨਾਲ ਉਹਨਾਂ ਵਾਸਤੇ ਪ੍ਰੋਪਰ ਜਗ੍ਹਾ ਹੈ ਜਿੱਥੇ ਉਹ ਬਹਿ ਕੇ ਇੰਤਜ਼ਾਰ ਕਰ ਸਕਣ ਆਪਣੀ ਬਾਰੀ ਦਾ ਨਾ ਉਹ ਸਹੀ ਤਰੀਕੇ ਨਾਲ ਇੱਥੇ ਖੜੇ ਹੋਣ ਦੀ ਵੀ ਜਗ੍ਹਾ ਨਹੀਂ ਤੁਹਾਨੂੰ ਨਜ਼ਰ ਆਏਗੀ ਤੇ ਇੱਥੇ ਵੱਡਾ ਸਵਾਲ ਇਹੀ ਖੜਾ ਹੁੰਦਾ ਤੇ ਇਸ ਦੇ ਨਾਲ ਹੀ ਜੋ ਇੱਥੇ ਸੀਨੀਅਰ ਸਿਟੀਜ਼ਨ ਵੀ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤੇ ਆਓ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਕੁਝ ਸਾਡੇ ਨਾਲ ਇੱਥੇ ਸਿਵਲ ਸਰਜਨ ਦਫ਼ਤਰ ਦੇ ਅੰਦਰ ਹੀ ਕੁਝ ਸੀਨੀਅਰ ਸਿਟੀਜ਼ਨ ਵੀ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਰ ਤੁਸੀਂ ਕਿਹੜੀ ਡੋਜ਼ ਇੱਥੇ ਲਗਵਾਉਣ ਪਹੁੰਚੇ ਹੋ? ਜਿਹੜੀ ਆ ਸਾਡੇ ਪਹਿਲੋਂ ਲੱਗੀ ਸੀ ਦਯਾਨੰਦ ਦੇ ਵਿੱਚ ਦੂਜੀ ਡੋਜ਼ ਕਹਿੰਦੇ ਇੱਥੇ ਲਵਾ ਲਓ ਉਹ ਲਵਾਉਣ ਵਾਸਤੇ ਇੱਥੇ ਬੈਠੇ ਆ 1.5 ਘੰਟਾ ਹੋ ਗਿਆ ਇੱਥੇ ਬੈਠੇ ਨੂੰ ਤੇ ਅਜੇ ਤੱਕ ਸਾਡਾ ਨੰਬਰ 1 ਘੰਟੇ ਤੋਂ ਬਾਅਦ ਆਉਣਾ ਵਾ। ਇੱਥੇ ਸੀਨੀਅਰ ਸਿਟੀਜ਼ਨ ਦੀ ਲਾਈਨ ਵੱਖਰੀ ਚਾਹੀਦੀ ਆ, ਦੂਜਿਆਂ ਦੀ ਲਾਈਨ ਵੱਖਰੀ ਚਾਹੀਦੀ। ਸਰ ਕਿਉਂਕਿ ਸੀਨੀਅਰ ਸਿਟੀਜ਼ਨ ਇੱਥੇ ਪਹੁੰਚਦੇ ਨੇ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਦ ਤੁਸੀਂ ਵੇਟ ਕਰਦੇ ਹੁੰਦੇ ਹੋ। ਸੀਨੀਅਰ ਸਿਟੀਜ਼ਨ ਨੂੰ ਬਹੁਤ ਦਿੱਕਤਾਂ ਦਾ ਕਰਨਾ ਪੈਂਦਾ ਹੈ। ਸਰ ਤੁਸੀਂ ਵੀ ਇੱਥੇ ਪਹੁੰਚੇ ਹੋ ਮਤਲਬ ਕਿ ਪਹਿਲੇ ਤਾਂ ਕਿਹੜੀ ਡੋਜ਼ ਲਗਵਾਉਣ ਪਹੁੰਚੇ ਹੋ, ਪਹਿਲੀ ਜਾਂ ਦੂਜੀ? ਦੂਸਰੀ ਡੋਜ਼ ਹੈ ਤੇ ਮੈਂ ਸੀਨੀਅਰ ਸਿਟੀਜ਼ਨ ਹੈ ਤੇ ਮੈਂ ਪੰਜਾਬ ਗਵਰਨਮੈਂਟ EMPLOYE ਹੈ, ਰਿਟਾਇਰ ਹੋਇਆ ESI ਹਸਪੀਟਲ ਤੇ ਮੈਨੂੰ ਇਹਨਾਂ ਨੇ ਕਿਹਾ ਜੀ ਉੱਥੇ ਬਹਿ ਜਾਓ ਚੁੱਪ ਕਰਕੇ ਤੇ ਜਦੋਂ ਤੁਹਾਡਾ ਸਾਰੇ ਭੁਗਤ ਜਾਣਗੇ ਫਿਰ ਤੁਹਾਡਾ ਨੰਬਰ ਆਊਗਾ। ਸਾਨੂੰ ਸੀਨੀਅਰ ਸਿਟੀਜ਼ਨ ਹੋਣ ਕਰਕੇ ਵੀ ਸਾਨੂੰ ਇੱਥੇ ਘੰਟਾ ਬਾਹਰ ਬਿਠਾ ਦਿੰਦੇ ਨੇ। ਅਸੀਂ ਇੰਨੀ ਦੇਰ ਲਾਈਨ 'ਚ ਖਲੋ ਨਹੀਂ ਸਕਦੇ, ਸਾਡੀ ਉਮਰ ਦਾ ਤਕਾਜ਼ਾ ਹੈ। ਇਸ ਕਰਕੇ ਇਹਨਾਂ ਨੂੰ ਕੁਝ ਸਮਝ ਹੋਣੀ ਚਾਹੀਦੀ ਹੈ ਵੀ ਸੀਨੀਅਰ ਸਿਟੀਜ਼ਨ ਨੂੰ ਤੇ ਕਮ ਸੇ ਕਮ ਠੀਕ ਟਾਈਮ ਦੇ ਉੱਤੇ ਡੋਜ਼ ਦਾ ਸਾਡੀ ਲਾਈਨ ਵੱਖਰੀ ਹੋਣੀ ਚਾਹੀਦੀ। ਸਰ ਪਹਿਲੀ ਡੋਜ਼ ਕਿੱਥੋਂ ਲਗਵਾਈ ਸੀ ਤੁਸੀਂ? ਮੈਂ 31 ਮਾਰਚ ਨੂੰ ਕਿੱਥੋਂ ਲਗਵਾਈ ਕਿੱਥੋਂ ਸੀ? ਇੱਥੋਂ ਹੀ ਲਵਾਈ ਸੀ 31 ਮਾਰਚ ਨੂੰ। ਹੁਣ ਸੈਕੰਡ ਡੋਜ਼ 28 ਤਰੀਕ ਹੋ ਗਈ, ਅੱਜ ਮੇਰੀ ਸੈਕੰਡ ਡੋਜ਼ ਲੱਗਣੀ। ਟੋਕਨ ਇਹਨਾਂ ਨੇ ਮੈਨੂੰ ਦੇ ਦਿੱਤਾ ਖੈਰ ਹਾਂਜੀ, ਪਰ ਮੇਰਾ ਨੰਬਰ ਪਤਾ ਨਹੀਂ ਕਦੋਂ ਆਉਂਦਾ ਹੈ, ਕੋਈ ਪਤਾ ਨਹੀਂ।
ਬਿਲਕੁਲ ਇਹ ਅਸੀਂ ਗੱਲਬਾਤ ਕੀਤੀ ਇੱਥੇ ਜੋ ਮੌਜੂਦ ਨੇ ਲੋਕ ਸੀਨੀਅਰ ਸਿਟੀਜ਼ਨਸ ਜੋ ਇੱਥੇ ਮੌਜੂਦ ਨੇ ਕਿਸ ਤਰੀਕੇ ਨਾਲ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆ ਰਹੇ ਨੇ ਵੈਕਸੀਨ ਦੀ ਸ਼ਾਰਟੇਜ ਕਰਕੇ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਇੱਥੇ ਧੱਕੇ ਖਾਣੇ ਪੈ ਰਹੇ ਹੈ। ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਉਹ ਤਾਂ ਜੇ ਅਗਰ ਵੈਕਸੀਨ ਹੁੰਦੀ ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲੀ ਡੋਜ਼ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਗਵਾਈ ਸੀ ਉਸੇ ਤਰੀਕੇ ਨਾਲ ਉਹ ਉੱਥੇ ਹੀ ਲਗਵਾ ਲੈਂਦੇ, ਪਰ ਕਿਉਂਕਿ ਉਹ ਮਜਬੂਰ ਹੋ ਚੁੱਕੇ ਨੇ ਵੈਕਸੀਨ ਦੀ ਸ਼ਾਰਟੇਜ ਹੈ ਇਸ ਦੇ ਚੱਲਦੇ ਉਹਨਾਂ ਨੂੰ ਇੱਥੇ ਆਉਣਾ ਪੈ ਰਿਹਾ ਹੈ। ਤੇ ਇੱਥੇ ਜਿਸ ਤਰੀਕੇ ਨਾਲ ਕੋਵਿਡ ਦੇ ਇਸ ਦੌਰ ਦੇ ਵਿੱਚ ਉਹਨਾਂ ਨੂੰ ਜਿਸ ਤਰੀਕੇ ਨਾਲ ਇੱਥੇ ਦੀ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੋਸ਼ਲ ਡਿਸਟੈਂਸਿੰਗ ਤੱਕ ਮੇਨਟੇਨ ਨਹੀਂ ਹੋ ਪਾ ਰਹੀ ਹੈ, ਉਹ ਵੀ ਜਿਹੜਾ ਹੈ ਖਤਰਾ ਆਪਣੇ ਸਿਰ ਤੇ ਲੈ ਰਹੇ ਨੇ, ਪਰ ਕਿਉਂਕਿ ਮਜਬੂਰ ਨੇ ਉਹਨਾਂ ਨੇ ਵੈਕਸੀਨ ਵੀ ਲਗਵਾਉਣੀ ਇਸ ਕਰਕੇ ਉਹਨਾਂ ਨੂੰ ਇੱਥੇ ਪਹੁੰਚਣਾ ਪੈ ਰਿਹਾ ਹੈ। ਤੇ ਅਸੀਂ ਇਸ ਨੂੰ ਲੈ ਕੇ ਕਿਉਂਕਿ ਵੈਕਸੀਨ ਦੀ ਸ਼ਾਰਟੇਜ ਚੱਲ ਰਹੀ ਹੈ ਅਸੀਂ ਇਸ ਨੂੰ ਲੈ ਕੇ ਜਿਹੜਾ ਹੈ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਪੁਨੀਤ ਜੁਨੇਜਾ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਆਓ ਅਸੀਂ ਜੋ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਬਿਲਕੁਲ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਪੁਨੀਤ ਜੁਨੇਜਾ ਜੀ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਰ ਜੋ ਵੈਕਸੀਨ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਸ਼ਾਰਟੇਜ ਚੱਲੀ ਸੀ ਉਸ ਦੇ ਚੱਲਦੇ ਕਿਹੜੇ ਸੈਂਟਰ ਦੇ ਵਿੱਚ ਜਿਹੜੀ ਹੈ ਵੈਕਸੀਨ ਲਗਾਈ ਜਾ ਰਹੀ ਸੀ? ਜਿਹੜੀ ਸ਼ਾਰਟੇਜ ਸੀਗੀ ਉਹ ਮੇਰੇ ਕੋਲੇ ਕੱਲ੍ਹ ਸੀਗੀ, ਉਸ ਤੋਂ ਬਾਅਦ ਕੱਲ੍ਹ ਸਪਲਾਈ ਆ ਗਈ ਹੈ ਮੇਰੇ ਕੋਲ 28,000 ਡੋਜ਼ ਦੀ ਸਪਲਾਈ ਸਟੇਟ ਹੈੱਡਕੁਆਟਰ ਤੋਂ ਮਿਲ ਗਈ ਸੀਗੇ ਤੇ ਉਹ ਸਾਰੇ ਜ਼ਿਲ੍ਹੇ ਵਿੱਚ ਅਸੀਂ ਕੱਲ੍ਹ ਸ਼ਾਮ ਨੂੰ ਡਿਸਟ੍ਰੀਬਿਊਟ ਕਰਤੀ ਸੀ ਤੇ ਅੱਜ ਸਵੇਰੇ ਵੀ ਸਾਰੇ ਡਿਸਟ੍ਰੀਬਿਊਟ ਕਰ ਦਿੱਤੀ ਹੋਈ ਹੈ। ਤੇ ਮੈਨੂੰ ਉਮੀਦ ਹੈ ਵੀ ਸਾਰੀ ਥਾਵਾਂ ਤੇ ਵੈਕਸੀਨੇਸ਼ਨ ਜਿਹੜੀ ਪ੍ਰਾਈਵੇਟ ਸੈਕਟਰ ਦੇ ਕੁਝ ਕੈਂਪ ਪਰਸੋਂ ਅਫੈਕਟ ਹੋਏ ਸੀਗੇ ਉਹ ਜਾਂ ਪਿਛਲੇ 2-3 ਦਿਨਾਂ ਤੋਂ ਅਫੈਕਟਡ ਸੀਗੇ ਉਹਨਾਂ ਦਾ ਸਟ੍ਰੀਮਲਾਈਨ ਹੋ ਜਾਏਗਾ ਕੰਮ ਉਹਨਾਂ ਦਾ। ਲੋਕਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਕਿ ਉਹਨਾਂ ਨੇ ਜਿਹੜੀ ਪਹਿਲੀ ਡੋਜ਼ ਹੈ ਉਹ ਪ੍ਰਾਈਵੇਟ ਹਸਪੀਟਲਸ ਤੋਂ ਲਗਵਾਈ ਸੀ, ਪਰ ਹੁਣ ਜਿਹੜੇ ਉੱਥੇ ਕਿਉਂਕਿ ਡੋਜ਼ ਅਵੇਲੇਬਲ ਨਹੀਂ ਇਸ ਕਰਕੇ ਉਹਨਾਂ ਨੂੰ ਜਿਹੜਾ ਸਿਵਲ ਸਰਜਨ ਦਫ਼ਤਰ ਜਾਂ ਸਿਵਲ ਹਸਪੀਟਲ ਜਾਂ ਕਿਸੇ ਹੋਰ ਗਵਰਨਮੈਂਟ ਉੱਥੇ ਜਾਣਾ ਪੈ ਰਿਹਾ ਹੈ। ਦੇਖੋ 2 ਦਿਨ ਸਪਲਾਈ ਜਿਹੜੀ ਸੀਗੀ ਉਹ ਰਿਸਟ੍ਰਿਕਟਡ ਸੀਗੀ, ਸਾਡੇ ਗਵਰਨਮੈਂਟ ਸੈਕਟਰ ਦੇ ਜਿਹੜੇ ਸੈਸ਼ਨ ਸੀਗੇ ਉਹ ਚੱਲ ਰਹੇ ਸੀਗੇ। 1 ਤਰੀਕ ਤੋਂ ਅੱਗੋਂ ਜਿਹੜੀ ਗਾਈਡਲਾਈਨਸ ਨਵੀਆਂ ਆਈਆਂ ਨੇ ਉਹਦੇ ਵਿੱਚ ਪ੍ਰਾਈਵੇਟ ਸੈਕਟਰ ਨੇ ਆਪਣੀ ਵੈਕਸੀਨ ਖੁਦ ਪ੍ਰੋਕਿਓਰ ਕਰਨੀ ਹੈ, ਉਹਨਾਂ ਨੇ ਆਪਣੇ ਰੇਟ ਡਿਸਾਈਡ ਕਰਨੇ ਆ ਤੇ ਆਪਣੇ ਆਪ ਲਗਾਉਣੀ ਹੈ। ਸੋ ਉਹਦੇ ਵਿੱਚ ਉਹਨਾਂ ਦੀ ਡਿਪੈਂਡੈਂਸੀ ਸੀਗੀ ਵੀ ਗਵਰਨਮੈਂਟ ਤੋਂ ਸਪਲਾਈ ਲੈ ਕੇ ਜਾਣ ਦੀ, ਉਹ ਡਿਪੈਂਡੈਂਸੀ ਉਹਨਾਂ ਦੀ ਖਤਮ ਹੋ ਜਾਏਗੀ। ਤੇ ਮੇਰੇ ਵੱਲੋਂ ਸੈਕਿੰਡ ਡੋਜ਼ ਵਾਸਤੇ ਜਿੰਨੇ ਵੀ ਲਾਭਪਾਤਰੀ ਜਿਹੜੇ ਬੈਨੀਫੀਸ਼ੀਅਰੀ ਹੈਗੇ ਜਿਨ੍ਹਾਂ ਦੀ ਵੈਕਸੀਨ ਡਿਊ ਹੈ ਉਹ ਕਿਸੇ ਵੀ ਗਵਰਨਮੈਂਟ ਸੈਕਟਰ ਦੇ ਜਾ ਕੇ ਆਪਣਾ ਟੀਕਾਕਰਨ ਕਰਵਾ ਸਕਦੇ ਹੈਗੇ, ਉਹਦੇ 'ਚ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈ। ਇੱਦਾਂ ਦੀ ਕੋਈ ਗੱਲ ਨਹੀਂ ਵੀ ਪਹਿਲੀ ਉਹਨਾਂ ਦੀ ਜੇ ਪ੍ਰਾਈਵੇਟ 'ਚ ਲੱਗੇ ਦੂਜੀ ਵੀ ਪ੍ਰਾਈਵੇਟ 'ਚ ਲਵਾਉਣੀ ਜ਼ਰੂਰੀ ਹੈ, ਇਸ ਤਰ੍ਹਾਂ ਦਾ ਨਹੀਂ ਹੈ। ਉਹ ਕਿਸੇ ਵੀ ਆਪਣੇ ਨੇੜੇ ਦੇ ਸੈਂਟਰ 'ਤੇ ਜਾ ਕੇ ਆਪਣਾ ਟੀਕਾਕਰਨ ਕਰਵਾ ਸਕਦੇ ਹੈਗੇ। ਕਿਉਂਕਿ ਸਿਰਫ 3 ਸੈਂਟਰਸ ਦੇ ਵਿੱਚ ਜਿਹੜੀ ਇਹ ਲੱਗ ਰਹੀ ਸੀ ਉਸ ਦੇ ਕਰਕੇ ਲੋਕ ਜਿਹੜੇ ਨੇ ਕਾਫੀ ਖੱਜਲ ਖੁਆਰ ਹੋ ਰਹੇ ਸੀ, ਕਾਫੀ ਪਰੇਸ਼ਾਨ ਹੋ ਰਹੇ ਸੀ। ਮੈਂ ਪਹਿਲੇ ਵੀ ਦੱਸਿਆ ਉਹ 1 ਦਿਨ ਦਾ ਸਟੇਟਸ ਸੀਗਾ। ਨਾਓ ਅੱਜ ਮੇਰੇ ਕੋਲ ਤਕਰੀਬਨ ਹਰ ਸੈਂਟਰ ਵਿੱਚ ਵੈਕਸੀਨ ਹੈਗੀ ਹੈ, ਸੈਸ਼ਨ ਚੱਲ ਰਹੇ ਹੈ। ਈਵਨ ਅਸੀਂ ਅੱਜ ਲੁਧਿਆਣਾ ਸ਼ਹਿਰ ਵਿੱਚ ਵੀ ਤਕਰੀਬਨ 15 ਸੈਸ਼ਨ ਆਊਟਰੀਚ ਦੇ ਪਲਾਨ ਕੀਤੇ ਹੋਏ ਆ। ਹਲੇ ਵੀ ਅੱਜ ਦੇ ਦਿਨ ਹੀ ਹਲੇ ਮਾਰਨਿੰਗ ਹੀ ਕੁਝ ਲੋਕਾਂ ਨਾਲ ਗੱਲਬਾਤ ਹੋਈ, ਬੈਨੀਫੀਸ਼ੀਅਰੀਜ਼ ਨਾਲ ਗੱਲਬਾਤ ਹੋਈ ਜੋ ਵੈਕਸੀਨ ਲਗਵਾਉਣ ਇੱਥੇ ਸਿਵਲ ਸਰਜਨ ਦਫ਼ਤਰ ਪਹੁੰਚੇ। ਉਹਨਾਂ ਵੱਲੋਂ ਗੱਲ ਕਹੀ ਗਈ ਕਿ ਉਹਨਾਂ ਨੇ ਆਪਣੇ ਸੈਂਟਰ ਕਾਲ ਕਰਕੇ ਪੁੱਛਿਆ ਹੋਣਾ ਹੈ ਤੇ ਉੱਥੇ ਉਹਨਾਂ ਵੱਲੋਂ ਇਹੀ ਗੱਲ ਕਹੀ ਗਈ ਕਿ ਹਲੇ ਵੈਕਸੀਨ ਉੱਥੇ ਆਈ ਨਹੀਂ ਹੈ। ਮੈਮ ਮੈਂ ਵਾਰ ਇੱਕੋ ਚੀਜ਼ ਦੱਸ ਰਿਹਾ, ਵੈਕਸੀਨ ਕੱਲ੍ਹ ਸਾਡੇ ਕੋਲ ਲੇਟ ਪਹੁੰਚੀ ਸੀ। ਅਸੀਂ ਆਪਣੇ ਜ਼ਿਲ੍ਹਾ ਹੈੱਡਕੁਆਟਰ ਤੋਂ ਵੈਕਸੀਨ ਜਿਹੜੇ ਸਾਡੇ ਪੈਰੀਫਰੀ ਦੇ ਸੈਂਟਰ ਸਰਕਾਰੀ ਸੈਂਟਰ ਸੀਗੇ ਉਹਨਾਂ ਤੱਕ ਅਸੀਂ ਰਾਤੀ ਪੁੱਜਦੀ ਕਰਤੀ ਸੀ। ਪ੍ਰਾਈਵੇਟ ਸੈਕਟਰ ਦੇ ਜਿਹੜੇ ਸੈਸ਼ਨ ਲਗਾਉਂਦੇ ਨੇ ਉਹ ਲੋਕਲ ਲੁਧਿਆਣਾ ਸਿਟੀ ਦੇ ਨੇ, ਉਹਨਾਂ ਨੂੰ ਅੱਜ ਸਵੇਰੇ ਬੁਲਾਇਆ ਹੋਇਆ ਸੀ। ਸਵੇਰੇ ਤਕਰੀਬਨ ਮੇਰੇ ਕੋਲੋਂ ਹੁਣ ਤੱਕ ਸਾਰੇ ਜਿਹੜੇ ਸੈਸ਼ਨ ਲਗਾਉਣ ਵਾਲੇ ਸੀਗੇ ਉਹ ਸਾਰੇ ਵੈਕਸੀਨ ਲੈ ਗਏ ਹੋਏ ਆ।